ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਅਸੀਂ 6ਵੀਂ ਜਮਾਤ ਦਾ ਚੈਪਟਰ ਨੰਬਰ 19 ਨੰਬਰ ਪਾਠ, ਜਿਸ ਦਾ ਨਾਮ ਹੈ 3 ਸਵਾਲ। ਇਸ ਚੈਪਟਰ ਦੇ ਲੇਖਕ ਹਨ ਲਿਓ ਤਾਲਸਤਾਏ ਜੀ। ਪਿਆਰੇ ਬੱਚਿਓ, ਇਹ ਜਿਹੜਾ ਚੈਪਟਰ ਹੈ ਉਹ ਇੱਕ ਰਾਜੇ ਦੀ ਕਹਾਣੀ ਹੈ, ਜਿਸ ਵਿੱਚ ਰਾਜੇ ਦੇ ਮਨ ਦੇ ਵਿੱਚ 3 ਸਵਾਲ ਆਉਂਦੇ ਹਨ ਕਿ ਕੰਮ ਸ਼ੁਰੂ ਕਰਨ ਲਈ ਸਭ ਤੋਂ ਚੰਗਾ ਸਮਾਂ ਕਿਹੜਾ ਹੈ। ਦੂਸਰਾ ਸਵਾਲ ਹੈ ਕਿ ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ, ਅਤੇ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਇਹ ਤਿੰਨੇ ਸਵਾਲਾਂ ਦੇ ਜਵਾਬ ਲੈਣ ਲਈ ਰਾਜਾ ਇੱਕ ਆਪਣਾ ਦਰਬਾਰ ਲਗਾਉਂਦਾ ਹੈ ਅਤੇ ਵੱਖੋ ਵੱਖਰੇ ਲੋਕਾਂ ਤੋਂ ਇਸ ਦੇ ਸੰਬੰਧ ਵਿੱਚ ਉਹਨਾਂ ਦੀ ਰਾਏ ਜਾਣਦਾ ਹੈ। ਜਦੋਂ ਰਾਜੇ ਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਉੱਤਰ ਨਹੀਂ ਮਿਲਦੇ ਤਾਂ ਰਾਜਾ ਜੰਗਲ ਵਿੱਚ ਇੱਕ ਸਾਧੂ ਮਹਾਂਪੁਰਸ਼ ਕੋਲ ਪਹੁੰਚਦਾ ਹੈ ਅਤੇ ਸੋਚਦਾ ਹੈ ਕਿ ਇਸ ਥਾਂ ਆ ਕੇ ਉਸ ਨੂੰ ਉਸ ਦੇ ਜੋ ਸਵਾਲਾਂ ਦੇ ਜਵਾਬ ਕਿਤੋਂ ਤਸੱਲੀ ਬਖਸ਼ ਨਹੀਂ ਮਿਲੇ ਸਨ, ਮਿਲਣ ਦੀ ਆਸ ਹੈ। ਸੋ ਉਹ ਸਾਧੂ ਸਿੱਧੇ ਰੂਪ ਵਿੱਚ ਰਾਜੇ ਨੂੰ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ, ਸਗੋਂ ਉਸ ਨੂੰ ਉਸ ਦੇ ਜੀਵਨ ਦੇ ਵਿੱਚੋਂ ਪ੍ਰੈਕਟੀਕਲ ਕਰਵਾ ਕੇ, ਭਾਵ ਉਸ ਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਹਵਾਲੇ ਤੋਂ ਸਮਝਾਉਂਦਾ ਹੈ ਕਿ ਇਹਨਾਂ ਤਿੰਨਾਂ ਸਵਾਲਾਂ ਦੇ ਸਹੀ ਉੱਤਰ ਕੀ ਹਨ। ਸੋ ਬੱਚਿਓ, ਜਿਵੇਂ ਕਿ ਇਸ ਕਹਾਣੀ ਦੇ ਵਿੱਚ ਤੁਸੀਂ ਜਦੋਂ ਚੈਪਟਰ ਨੂੰ ਪੜ੍ਹੋਗੇ ਇਹ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਹੁੰਦੀਆਂ ਜਾਣਗੀਆਂ। ਸੋ ਆਪਾਂ ਕਹਾਣੀ ਦੇ ਸ਼ੁਰੂ ਵਿੱਚ ਆਪ ਜੀ ਨੂੰ ਦੱਸਦੇ ਹਾਂ ਕਿ ਕੰਮ ਸ਼ੁਰੂ ਕਰਨ ਲਈ ਸਭ ਤੋਂ ਜਿਹੜਾ ਚੰਗਾ ਸਮਾਂ ਹੁੰਦਾ ਹੈ ਉਹ ਹੁੰਦਾ ਹੈ ਵਰਤਮਾਨ ਕਾਲ। ਜਿਸ ਸਮੇਂ ਵਿੱਚ ਤੁਸੀਂ ਵਿਚਰ ਰਹੇ ਹੋ ਜੀਵਨ ਦੇ ਵਿੱਚ, ਜੇਕਰ ਅਸੀਂ ਇਹ ਸੋਚਦੇ ਹਾਂ ਕਿ ਮੇਰੇ ਲਈ ਵਧੀਆ ਸਮਾਂ ਕਿਹੜਾ ਹੋਏਗਾ, ਸੋ ਵਧੀਆ ਸਮਾਂ ਬੇਟਾ ਕਦੇ ਵੀ ਬੀਤਦਾ ਨਹੀਂ ਅਤੇ ਕਦੇ ਵੀ ਆਉਂਦਾ ਨਹੀਂ। ਜੋ ਸਮਾਂ ਚੱਲ ਰਿਹਾ ਹੁੰਦਾ ਹੈ, ਭਾਵ ਸਾਡਾ ਵਰਤਮਾਨ ਸਮਾਂ ਹੁੰਦਾ ਹੈ, ਉਹ ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਲਈ ਸਭ ਤੋਂ ਬੈਸਟ ਸਮਾਂ ਜੋ ਹੁੰਦਾ ਹੈ ਉਹ ਵਰਤਮਾਨ ਕਾਲ ਹੁੰਦਾ ਹੈ। ਸੋ ਅਗਲਾ ਰਾਜੇ ਦੇ ਦਿਮਾਗ ਵਿੱਚ ਸਵਾਲ ਸੀ ਕਿ ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ। ਸੋ ਬੱਚੇ, ਇਸ ਸਵਾਲ ਦਾ ਜਵਾਬ ਉਹ ਜਿਹੜਾ ਸਾਧੂ ਆ ਰਾਜੇ ਦੇ ਜੀਵਨ ਤੋਂ ਉਸ ਨੂੰ ਦਿੰਦਾ ਹੈ ਕਿ ਵਰਤਾਓ ਲਈ ਚੰਗੇ ਆਦਮੀ, ਭਾਵ ਅਸੀਂ ਕਿੰਨਾਂ ਲੋਕਾਂ ਨਾਲ ਵਰਤਿਆ ਜਾਵੇ। ਅਤੇ ਉਹ ਕਹਿੰਦਾ ਹੈ ਕਿ ਜਿਹੜੇ ਔਖ ਸੌਖ ਦੇ ਸਮੇਂ ਵਿੱਚ ਤੁਹਾਡੇ ਕੋਲ ਹੁੰਦੇ ਹਨ, ਮੁਸੀਬਤ ਸਮੇਂ ਵਿੱਚ ਜਾਂ ਵਰਤਮਾਨ ਸਮੇਂ ਵਿੱਚ ਜਿਨ੍ਹਾਂ ਲੋਕਾਂ ਨਾਲ ਸਾਡਾ ਵਾਹ ਵਾਸਤਾ ਹੁੰਦਾ ਹੈ, ਜਾਂ ਜੋ ਲੋਕ ਸਾਡੇ ਨਜ਼ਦੀਕ ਹੁੰਦੇ ਹਨ, ਸਾਡੇ ਕੋਲ ਹੁੰਦੇ ਹਨ, ਵਰਤਾਓ ਲਈ ਸਭ ਤੋਂ ਚੰਗੇ ਜੋ ਲੋਕ ਨੇ ਉਹੀ ਹੁੰਦੇ ਹਨ। ਜੋ ਤੁਹਾਡੇ ਨਜ਼ਦੀਕ ਹੋਣ, ਤੁਹਾਡੇ ਕੋਲ ਹੋਣ, ਉਹ ਲੋਕ ਵਰਤਾਓ ਲਈ ਸਭ ਤੋਂ ਚੰਗੇ ਹੁੰਦੇ ਹਨ। ਅਗਲਾ ਸੀ ਕਿ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ। ਰਾਜੇ ਨੂੰ ਸਭ ਤੋਂ ਜ਼ਰੂਰੀ ਕੰਮ ਰਾਜੇ ਨੇ ਇਹ ਦੱਸਿਆ ਕਿ ਦੂਸਰਿਆਂ ਦੇ ਕੰਮ ਆਉਣਾ, ਦੂਸਰਿਆਂ ਦੀ ਜਾਨ ਬਚਾਉਣਾ, ਦੂਸਰਿਆਂ ਲਈ ਕੁਝ ਕਰਨਾ ਹੀ ਸਭ ਤੋਂ ਚੰਗਾ ਕਾਰਜ ਹੁੰਦਾ ਹੈ। ਇਸ ਚੈਪਟਰ ਦੇ ਵਿੱਚ ਜਦੋਂ ਅਸੀਂ ਕਹਾਣੀ ਨੂੰ ਪੜ੍ਹਦੇ ਹਾਂ ਕਿ ਰਾਜਾ ਜਦੋਂ ਜੰਗਲ ਦੇ ਵਿੱਚ ਜਾਂਦਾ ਹੈ, ਕਿ ਉਸ ਸਾਧੂ ਦੀ ਕੁਟੀਆ ਦੇ ਵਿੱਚ ਵਿਰਾਜਦਾ ਹੈ, ਤਾਂ ਉੱਥੇ ਸ਼ਾਮ ਹੋ ਜਾਂਦੀ ਹੈ ਰਾਜੇ ਨੂੰ, ਅਤੇ ਰਾਜੇ ਦੀ ਜਿਵੇਂ ਅਸੀਂ ਕਹੀਏ ਕਿ ਬੇਚੈਨੀ ਸੀ ਰਾਜੇ ਨੂੰ। ਰਾਜਾ ਉੱਥੇ ਕਹੀ ਨਾਲ ਜਿਵੇਂ ਕਿ ਉਸ ਸਾਧੂ ਦੀਆਂ ਜਿਹੜੀਆਂ ਉੱਥੇ ਕਿਆਰੀਆਂ ਸੀ ਉਹਨਾਂ ਨੂੰ ਪੁੱਟਦਾ, ਅਤੇ ਜਿਹੜੀ ਰਾਜੇ ਦੇ ਮਨ 'ਚ ਬੇਚੈਨੀ ਸੀ, ਉਹਨੂੰ ਨੀਂਦ ਨਹੀਂ ਸੀ ਆ ਰਹੀ। ਕੰਮ ਕਰਨ ਨਾਲ ਰਾਜੇ ਨੂੰ ਜਿਹੜੀ ਕੁਝ ਸ਼ਾਂਤੀ ਮਿਲਦੀ ਹੈ, ਨੀਂਦ ਆਉਂਦੀ ਹੈ, ਅਤੇ ਰਾਜਾ ਜਦੋਂ ਸੌਂਦਾ ਹੈ ਅਤੇ ਉੱਥੇ ਇੱਕ ਘਟਨਾ ਘਟਦੀ ਹੈ ਕਿ ਇੱਕ ਜ਼ਖਮੀ ਨੌਜਵਾਨ ਆਉਂਦਾ ਹੈ ਅਤੇ ਰਾਜਾ ਉਸ ਨੌਜਵਾਨ ਦੀ ਮੱਲਮ ਪੱਟੀ ਕਰਦਾ ਹੈ। ਸੋ ਜੋ ਰਾਜਾ ਉਸ ਸਾਧੂ ਕੋਲ ਆਉਂਦਾ ਹੈ ਉਹ ਆਪਣਾ ਭੇਸ ਵਟਾ ਕੇ ਆਉਂਦਾ ਹੈ, ਬਟ ਜਿਹੜਾ ਉਹ ਨੌਜਵਾਨ ਹੈ ਜਦੋਂ ਵੇਖਦਾ ਹੈ ਕਿ ਰਾਜੇ ਨੇ ਉਸ ਦੇ ਮੱਲਮ ਪੱਟੀ ਕੀਤੀ, ਉਸ ਦੀ ਦੇਖਭਾਲ ਕੀਤੀ, ਉਸ ਦਾ ਭਲਾ ਕੀਤਾ, ਤਾਂ ਉਹ ਬੜਾ ਸ਼ਰਮਿੰਦਾ ਹੁੰਦਾ ਹੈ ਅਤੇ ਉਹ ਰਾਜੇ ਨੂੰ ਇੱਕ ਸੱਚ ਦੱਸਦਾ ਹੈ ਕਿ ਰਾਜੇ ਦੇ ਪ੍ਰਤੀ ਉਸ ਦੇ ਮਨ ਦੇ ਵਿੱਚ ਇੱਕ ਰੋਸਾ ਸੀ, ਉਹ ਰਾਜੇ ਨੂੰ ਮਾਰਨਾ ਚਾਹੁੰਦਾ ਸੀ। ਜਿਉਂ ਹੀ ਉਹਨੂੰ ਪਤਾ ਲੱਗਿਆ ਕਿ ਰਾਜਾ ਜੰਗਲ ਵਿੱਚ ਗਿਆ ਹੈ, ਉਸ ਨੇ ਉਸ ਦੀ ਪੈੜ ਦੱਬੀ, ਭਾਵ ਉਸ ਦਾ ਪਿੱਛਾ ਕੀਤਾ, ਪਰ ਉਸ ਦੇ ਸਿਪਾਹੀਆਂ ਨੇ ਉਸ ਨੂੰ ਪਹਿਚਾਣ ਲਿਆ ਸੀ ਕਿ ਇਹ ਜ਼ਰੂਰ ਰਾਜੇ ਦੇ ਉੱਪਰ ਹਮਲਾ ਕਰਨ ਜਾ ਰਿਹਾ, ਤਾਂ ਉਸ ਦੇ ਸਿਪਾਹੀਆਂ ਨੇ ਉਸ ਨੂੰ ਮਾਰਨਾ ਚਾਹਿਆ, ਉਸ 'ਤੇ ਹਮਲਾ ਕੀਤਾ ਅਤੇ ਉਹ ਜ਼ਖਮੀ ਹੋਇਆ। ਉਹ ਉਸੇ ਹੀ ਕੁਟੀਆ ਦੇ ਵਿੱਚ ਪਹੁੰਚ ਗਿਆ ਜਿੱਥੇ ਰਾਜਾ ਸੀ। ਉਸ ਨੂੰ ਇਹ ਸੀ ਕਿ ਮੈਂ ਰਾਜੇ ਨੂੰ ਮਾਰਾਂਗਾ, ਜਾਂ ਉਸ ਨੂੰ ਇਹ ਸੀ ਕਿ ਜੇਕਰ ਰਾਜੇ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਨੂੰ ਮਾਰਨਾ ਹੈ, ਉਹ ਮੈਨੂੰ ਮਰਵਾ ਦੇਵੇਗਾ।
ਤੇ ਜਦੋਂ ਉਸਨੇ ਰਾਜੇ ਦਾ ਵਰਤਮਾਨ ਸਮਾਂ ਵੇਖਿਆ, ਉਸ ਦੀ ਮਦਦ ਰਾਜੇ ਨੇ ਕੀਤੀ, ਮੱਲਮ ਪੱਟੀ ਕੀਤੀ, ਉਸ ਦੀ ਜਾਨ ਬਚਾਈ, ਤਾਂ ਉਸਨੇ ਹੱਥ ਜੋੜ ਕੇ ਮਾफ़ੀ ਮੰਗੀ। ਸੋ ਜਿਹੜੀ ਇਹ ਘਟਨਾ ਉਸ ਵਿਅਕਤੀ ਨਾਲ ਜੰਗਲ ਦੇ ਵਿੱਚ ਵਾਪਰਦੀ ਹੈ, ਇਸ ਸਾਰੀ ਘਟਨਾਕ੍ਰਮ ਦੇ ਵਿੱਚੋਂ ਹੀ ਉਹ ਸਾਧੂ ਨੇ ਰਾਜੇ ਨੂੰ ਉਸ ਦੇ 3 ਸਵਾਲਾਂ ਦੇ ਜਵਾਬ ਦਿੱਤੇ, ਅਤੇ ਰਾਜਾ ਉਸ ਸਾਧੂ ਕੋਲੇ ਆਪਦੇ ਮਨ ਦੇ ਬੋਝ ਉਤਾਰ ਕੇ ਆਉਂਦਾ ਹੈ ਅਤੇ ਉਸ ਨੂੰ ਉਸ ਦੇ 3 ਸਵਾਲਾਂ ਦੇ ਜਿਹੜੇ ਜਵਾਬ ਨੇ ਉਸ ਰਾਜੇ ਕੋਲੋਂ ਮਿਲਦੇ ਹਨ। ਸੋ ਬੱਚਿਓ, ਤੁਸੀਂ ਇਸ ਕਹਾਣੀ ਨੂੰ ਆਪਣੇ ਪਾਠਕ੍ਰਮ ਦੇ ਵਿੱਚੋਂ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ, ਸੁਣਨਾ ਹੈ ਅਤੇ ਸਮਝਣਾ ਹੈ। ਇਸ ਕਹਾਣੀ ਦੀਆਂ ਬਰੀਕੀਆਂ ਨੂੰ ਅਸੀਂ ਜਾਣਦੇ ਹਾਂ ਇਸ ਕਹਾਣੀ ਦੇ ਪ੍ਰਸ਼ਨ ਉੱਤਰਾਂ ਦੇ ਮਾਧਿਅਮ ਰਾਹੀਂ। ਸੋ ਆਓ ਜਾਣਦੇ ਹਾਂ ਇਸ ਕਹਾਣੀ ਦਾ ਜੋ ਪਹਿਲਾ ਪ੍ਰਸ਼ਨ ਹੈ ਉਹ ਹੈ ਕਿ ਰਾਜੇ ਨੇ 3 ਸਵਾਲ ਕਿਉਂ ਪੁੱਛੇ ਸਨ। ਉੱਤਰ ਹੈ ਕਿ ਰਾਜੇ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਚੰਗੀ ਤਰ੍ਹਾਂ ਚਲਾਉਣ ਲਈ 3 ਸਵਾਲ ਪੁੱਛੇ ਸਨ। ਇਹ ਉੱਪਰ ਫੋਟੋ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਰਾਜਾ ਬੈਠਾ ਹੈ। ਇਸ ਨੇ ਆਪਣੇ ਰਾਜ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਜਿਹੜੇ ਇਹ 3 ਸਵਾਲ ਆਪਾਂ ਪਹਿਲਾਂ ਗੱਲ ਕੀਤੀ ਸੀ, ਇਸ 3 ਸਵਾਲਾਂ ਦੇ ਵਿੱਚ ਆਪਣੇ ਪੱਖ ਨੂੰ ਦੇਖਿਆ, ਜਾਣਿਆ ਕਿ ਇਹ 3 ਸਵਾਲਾਂ ਦੇ ਸਹੀ ਉੱਤਰ ਕੀ ਹੋ ਸਕਦੇ ਹਨ, ਪਰ ਉਸ ਨੂੰ ਸਹੀ ਉੱਤਰ ਆਮ ਲੋਕਾਂ ਤੋਂ ਨਹੀਂ ਮਿਲੇ। ਇਸ ਕਰਕੇ ਉਸਨੇ ਇੱਕ ਖਾਸ ਸਾਧੂ ਕੋਲੇ ਜਾਣਾ ਚਾਹਿਆ। ਸਵਾਲ ਨੰਬਰ ਐੜਾ, 3 ਸਵਾਲ ਕਿਹੜੇ ਕਿਹੜੇ ਸਨ? ਸੋ ਆਪਾਂ ਪਹਿਲਾਂ ਹੀ ਗੱਲ ਕੀਤੀ, ਆਓ ਜਾਣਦੇ ਹਾਂ 3 ਸਵਾਲ। ਰਾਜੇ ਦੇ 3 ਸਵਾਲ ਇਹ ਸਨ। ਪਹਿਲਾ ਸਵਾਲ ਹੈ ਕਿ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਇਹ ਪਹਿਲਾ ਸਵਾਲ ਸੀ। ਆਪਾਂ ਉੱਤਰ ਦਿੱਤਾ ਸੀ ਵਰਤਮਾਨ। ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ? ਉਸਦੇ ਮਨ 'ਚ ਇੱਕ ਅਗਲਾ ਸਵਾਲ ਸੀ ਕਿ ਜਿਨ੍ਹਾਂ ਲੋਕਾਂ ਨਾਲ ਵਰਤਿਆ ਜਾਵੇ, ਵਰਤਾਵ ਰੱਖੀਏ, ਉਹ ਆਦਮੀ ਕਿਹੜੇ ਹਨ? ਉਹ ਸੀ ਕਿ ਜਿਹੜੇ ਆਦਮੀ ਤੁਹਾਡੇ ਕੋਲ ਹੁੰਦੇ ਹਨ। ਅਤੇ ਤੀਸਰਾ ਸਵਾਲ ਸੀ ਕਿ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਸੋ ਉਹ ਸੀ ਕਿ ਦੂਸਰਿਆਂ ਦੀ ਮਦਦ ਕਰਨਾ ਹੀ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ। ਸੋ ਬੇਟਾ ਇਹ 3 ਸਵਾਲ ਨੇ। ਪਹਿਲਾ, ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ? ਦੂਸਰਾ ਹੈ ਵਰਤਾਓ ਲਈ ਚੰਗੇ ਆਦਮੀ ਕਿਹੜੇ ਹਨ? ਅਤੇ ਤੀਸਰਾ ਹੈ ਕਿ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਸੋ ਬੱਚੇ ਇਹ ਸੀਗੇ 3 ਸਵਾਲ ਜੋ ਰਾਜੇ ਨੇ ਰੱਖੇ ਸੀਗੇ ਆਮ ਲੋਕਾਂ ਦੇ ਸਨਮੁਖ। ਸੋ ਅਗਲਾ ਹੈ ਪ੍ਰਸ਼ਨ ਨੰਬਰ ਈੜੀ। ਜਦੋਂ ਰਾਜੇ ਦੀ 3 ਸਵਾਲਾਂ ਦੇ ਉੱਤਰਾਂ ਦੀ ਤਸੱਲੀ ਨਾ ਹੋਈ ਤਾਂ ਉਸਨੇ ਕੀ ਕੀਤਾ? ਹੁਣੀ ਆਪਾਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਉਹ ਖੁਦ ਜੰਗਲ ਦੇ ਵਿੱਚ ਇੱਕ ਸਾਧੂ ਦੇ ਪਾਸ ਇਹਨਾਂ ਸਵਾਲਾਂ ਦਾ ਹੱਲ ਲੱਭਣ ਲਈ ਗਿਆ। ਆਓ ਜਾਣਦੇ ਹਾਂ ਉੱਤਰ ਕਿ ਜਦੋਂ ਰਾਜੇ ਦੀ ਤਸੱਲੀ ਨਾ ਹੋਈ ਤਾਂ ਤੱਤੇ ਦੇ ਉੱਪਰ ਬਿੰਦੀ ਤੁਸੀਂ ਪਾ ਸਕਦੇ ਹੋ, ਤਾਂ ਅਖੀਰ ਰਾਜਾ ਜੰਗਲ ਵਿੱਚ ਇੱਕ ਤਪੀਸਰ ਕੋਲ, ਤਪੀਸਰ ਹੁੰਦਾ ਬੇਟਾ ਜਿਹੜਾ ਕੋਈ ਤਪ ਕਰਨ ਵਾਲਾ ਸਾਧੂ ਹੋਵੇ, ਜੋ ਦੁਨੀਆਦਾਰੀ ਤੋਂ ਉੱਪਰ ਆਪਦਾ ਮਨ ਉਠਾ ਚੁੱਕਿਆ ਹੋਵੇ, ਭਾਵ ਦੁਨੀਆਦਾਰੀ ਦੀ ਦੌਲਤ ਸ਼ੌਹਲਤ ਸਭ ਤਿਆਗ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਰਾਜਿਆ ਹੋਵੇ। ਵਿਰਾਜਣਾ ਹੁੰਦਾ ਬੇਟਾ ਚਲਿਆ ਜਾਣਾ, ਮਰ ਜਾਣਾ, ਬਟ ਉਸ ਪ੍ਰਮਾਤਮਾ ਦੀ ਤਪੱਸਿਆ ਦੇ ਵਿੱਚ ਲੀਨ ਇੱਕ ਸਾਧੂ ਕੋਲੇ ਜਿਹੜਾ ਰਾਜਾ ਜੰਗਲ ਦੇ ਵਿੱਚ ਆਪਣੇ ਸਵਾਲਾਂ ਦੇ ਉੱਤਰ ਲੈਣ ਲਈ ਗਿਆ। ਸੋ ਫਿਰ ਇਹਦਾ ਉੱਤਰ ਆਪਾਂ ਸਰਲ ਸ਼ਬਦਾਂ ਵਿੱਚ ਬੋਲਦੇ ਹਾਂ ਕਿ ਜਦੋਂ ਰਾਜੇ ਨੂੰ ਉਸਦੇ ਸਵਾਲਾਂ ਦੇ ਉੱਤਰ ਨਾ ਮਿਲੇ ਤਾਂ ਉਹ ਜੰਗਲ ਵਿੱਚ ਇੱਕ ਤਫੀਸਰ ਭਾਵ ਇੱਕ ਸਾਧੂ ਕੋਲੇ ਆਪਣੇ ਸਵਾਲਾਂ ਦੇ ਉੱਤਰ ਜਾਣਨ ਲਈ ਗਿਆ। ਸਵਾਲ ਨੰਬਰ ਸੱਸਾ, ਰਾਜੇ ਨੇ ਤਪੀਸਰ ਪਾਸ ਜਾ ਕੇ ਕੀ ਕੀਤਾ? ਜਦੋਂ ਰਾਜਾ ਜੰਗਲ ਦੇ ਵਿੱਚ ਉਸ ਤਪੀਸਰ, ਉਸ ਸਾਧੂ ਕੋਲੇ ਗਿਆ ਤਾਂ ਰਾਜੇ ਨੇ ਕੀ ਕੀਤਾ? ਉੱਤਰ ਹੈ ਰਾਜੇ ਨੇ ਤਪੀਸਰ ਕੋਲ ਜਾ ਕੇ ਕਹੀ ਨਾਲ ਇੱਕ ਕਿਆਰੀ ਪੁੱਟੀ ਅਤੇ ਇੱਕ ਜ਼ਖਮੀ ਨੌਜਵਾਨ ਦੀ ਮੱਲਮ ਪੱਟੀ ਕੀਤੀ। ਸੋ ਇਹ ਜਿਹੜਾ ਕੰਮ ਸੀਗਾ ਰਾਜੇ ਨੇ ਜਦੋਂ ਉੱਥੇ ਗਿਆ ਉਹ ਹੀ ਕੀਤਾ। ਪਹਿਲਾਂ ਜਾ ਕੇ ਉੱਥੇ ਇੱਕ ਕਿਆਰੀ ਪੁੱਟੀ ਕਹੀ ਨਾਲ, ਉਸ ਤੋਂ ਬਾਅਦ ਉੱਥੇ ਇੱਕ ਜ਼ਖਮੀ ਨੌਜਵਾਨ ਆਇਆ ਜਿਹੜਾ ਫੋਟੋ ਦੇ ਵਿੱਚ ਤੁਸੀਂ ਵੇਖ ਰਹੇ ਹੋ, ਇਸ ਦੀ ਰਾਜੇ ਨੇ ਉੱਥੇ ਮੱਲਮ ਪੱਟੀ ਕੀਤੀ, ਭਾਵ ਇਸ ਦੀ ਜਾਨ ਬਚਾਈ। ਇਹ ਉਹੀ ਨੌਜਵਾਨ ਆ ਜਿਹੜਾ ਰਾਜੇ ਨੂੰ ਮਾਰਨ ਆਇਆ ਸੀ। ਇਸ ਨੌਜਵਾਨ ਨੂੰ ਰਾਜੇ ਦੇ ਅੰਗ ਰੱਖਕਾਂ ਜੋ ਸੀਗੇ ਉਹਨਾਂ ਨੇ ਹੀ ਜ਼ਖਮੀ ਕਰਿਆ ਸੀ, ਉਸ ਦੇ ਸੈਨਿਕਾਂ ਨੇ ਹੀ ਜ਼ਖਮੀ ਕੀਤਾ ਸੀ। ਪ੍ਰਸ਼ਨ ਨੰਬਰ ਹਾਹਾ, ਤਪੀਸਰ ਨੇ ਰਾਜੇ ਨੂੰ ਉਸ ਦੀਆਂ ਪੁੱਛਾਂ ਦਾ ਉੱਤਰ ਕਿਵੇਂ ਦਿੱਤਾ? ਉਸ ਦੀਆਂ ਪੁੱਛਾਂ ਭਾਵ ਜੋ ਉਸਨੇ ਸਵਾਲ ਉਸ ਨੂੰ ਕੀਤੇ ਸਨ ਉਹਨਾਂ ਦਾ ਉੱਤਰ ਰਾਜੇ ਨੂੰ ਉਸ ਸਾਧੂ ਨੇ ਕਿਵੇਂ ਦਿੱਤਾ? ਆਓ ਜਾਣਦੇ ਹਾਂ ਉੱਤਰ। ਤਪੀਸਰ ਨੇ ਰਾਜੇ ਨੂੰ ਉੱਤਰ ਦਿੱਤਾ
ਕਿ ਕੰਮ ਸ਼ੁਰੂ ਕਰਨ ਲਈ ਸਭ ਤੋਂ ਚੰਗਾ ਜਿਹੜਾ ਸਮਾਂ ਹੈ ਉਹ ਹੈ ਵਰਤਮਾਨ ਕਾਲ, ਜਿਵੇਂ ਆਪਾਂ ਉੱਪਰ ਗੱਲ ਦੱਸੀ ਹੈ। ਅਤੇ ਦੂਸਰਾ ਸੀ ਕਿ ਲੋੜਵੰਦਾਂ ਨਾਲ ਚੰਗਾ ਵਿਵਹਾਰ ਕਰਨਾ ਠੀਕ ਹੈ। ਹੁਣ ਬੇਟਾ ਇੱਥੇ ਗੱਲ ਸੀ ਕਿ ਕਿੰਨਾ ਲੋਕਾਂ ਨਾਲ ਮਤਲਬ ਵਰਤਾਵ ਰੱਖਿਆ ਜਾਵੇ, ਜਿਨ੍ਹਾਂ ਨਾਲ ਅਸੀਂ ਵਿਚਰੀਏ। ਉਹ ਇਸ ਦੇ ਕਹਾਣੀ ਦੇ ਮੁਤਾਬਕ ਜਿਹੜਾ ਸਾਧੂ ਕਹਿੰਦਾ ਹੈ ਕਿ ਲੋੜਵੰਦਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਅਤੇ ਅਗਲਾ ਉਹਦਾ ਸਵਾਲ ਸੀ ਕਿ ਸਭ ਤੋਂ ਜ਼ਰੂਰੀ ਕੰਮ ਕੀ ਹੈ? ਤਾਂ ਸਾਧੂ ਨੇ ਕਿਹਾ ਸੀ ਕਿ ਸਭ ਤੋਂ ਜ਼ਰੂਰੀ ਕੰਮ ਕਿਸੇ ਦਾ ਭਲਾ ਕਰਨਾ ਹੈ, ਭਾਵ ਕਿਸੇ ਦੀ ਮਦਦ ਕਰਨਾ ਹੈ। ਸੋ ਬੇਟਾ ਇਸ ਕਹਾਣੀ ਦੇ ਵਿੱਚ ਜੇ ਅਸੀਂ ਕਹੀਏ ਤਾਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਆ ਉਹ 3 ਸਵਾਲ ਕਿਹੜੇ ਸੀ ਕਿ ਸਭ ਤੋਂ ਚੰਗਾ ਸਮਾਂ ਕਿਹੜਾ ਹੈ? ਸਭ ਤੋਂ ਚੰਗਾ ਸਮਾਂ ਹੈ ਵਰਤਮਾਨ ਕਾਲ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਕਿਹੜੇ ਲੋਕਾਂ ਨਾਲ ਵਰਤਾਵ ਕੀਤਾ ਜਾਵੇ, ਵਰਤਿਆ ਜਾਵੇ, ਤਾਂ ਉਹ ਸੀ ਕਿ ਲੋੜਵੰਦ ਲੋਕਾਂ ਨਾਲ ਵਰਤਾਵ ਰੱਖਿਆ ਜਾਵੇ। ਅਤੇ ਇਸ ਕਹਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਸ ਤੋਂ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸਾਨੂੰ ਜਿਹੜਾ ਵਰਤਾਵ ਆ ਉਹਨਾਂ ਲੋਕਾਂ ਨਾਲ ਕਰਨਾ ਚਾਹੀਦਾ ਹੈ, ਰੱਖਣਾ ਚਾਹੀਦਾ ਹੈ ਜੋ ਉਸ ਸਮੇਂ ਤੁਹਾਡੇ ਕੋਲ ਹੋਣ। ਅਤੇ ਅਗਲਾ ਸੀ ਕਿ ਸਭ ਤੋਂ ਜ਼ਰੂਰੀ ਕੰਮ ਕੀ ਹੈ? ਤਾਂ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਦੂਸਰੇ ਲੋੜਵੰਦ ਲੋਕਾਂ ਦੀ ਮਦਦ ਕਰਨਾ, ਭਾਵ ਦੂਸਰਿਆਂ ਦੇ ਕੰਮ ਆਉਣਾ। ਸੋ ਇਹ ਬੇਟਾ ਚੈਪਟਰ ਸਾਨੂੰ ਇਹੀ ਸਿੱਖਿਆਵਾਂ ਦਿੰਦਾ 3 ਕਿ ਸਾਨੂੰ ਜੀਵਨ ਦੇ ਵਿੱਚ ਕਿੱਦਾਂ ਵਿਚਰਨਾ ਚਾਹੀਦਾ ਹੈ। ਸੋ ਇਹ ਜਿਹੜੀ ਕਹਾਣੀ ਆ ਇਹਦੇ ਵਿੱਚ 3 ਜੋ ਰਾਜੇ ਦੇ ਸਵਾਲ ਨੇ ਉਹੀ 3 ਸਿੱਖਿਆਵਾਂ ਸਾਨੂੰ ਇਸ ਕਹਾਣੀ ਤੋਂ ਮਿਲਦੀਆਂ ਹਨ। ਸੋ ਆਓ ਅਸੀਂ ਜਾਣਦੇ ਹਾਂ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਡੌਂਡੀ ਪਟਾਉਣੀ, ਪਿਟਾਉਣੀ ਤੋਂ ਭਾਵ ਹੁੰਦਾ ਜਿਵੇਂ ਰਾਜੇ ਪਹਿਲਾਂ ਉਹਨਾਂ ਦੇ ਕੁਝ ਸੈਨਿਕਾਂ ਨੂੰ ਉਹਨਾਂ ਇੱਕ ਢੋਲ ਦੇ ਕੇ ਭੇਜਦੇ ਸੀ, ਉਹ ਡੁੰਮ 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 ਵਜਾਉਂਦੇ, ਸੁਣੋ 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 ਰਾਜੇ ਦਾ ਸੰਦੇਸ਼ ਆਇਆ ਹੈ। ਸੋ ਜੋ ਇਸ ਤਰ੍ਹਾਂ ਕਹਿੰਦੇ ਸੀ ਉਹਨੂੰ ਬੋਲਦੇ ਸੀ ਡੌਂਡੀ ਪਿਟਾਉਣੀ। ਖੜਕਾ ਕਰ ਲੋਕਾਂ ਨੂੰ ਸੂਚਨਾ ਸੁਣਾਉਣੀ। ਸੋ ਬੇਟਾ ਪਹਿਲਾਂ ਗੁਰਦੁਆਰਿਆਂ 'ਚ ਜਿਵੇਂ ਮੰਦਰਾਂ 'ਚ ਮਸੀਤਾਂ 'ਚ ਸਾਡੇ ਅਨਾਉਂਸਮੈਂਟਸ ਹੁੰਦੀਆਂ ਨੇ, ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਤਾਂ ਰਾਜਾ ਇੱਕ ਸੈਨਿਕ ਨੂੰ ਜਾਂ ਇੱਕ ਵਿਅਕਤੀ ਨੂੰ ਜਿਸ ਦੀ ਉੱਚੀ ਆਵਾਜ਼ ਹੋਵੇ ਅਤੇ ਉਹ ਹੋਕਾ ਲਾ ਕੇ ਰਾਜੇ ਦਾ ਸੁਨੇਹਾ ਆਪਣੇ ਰਾਜ ਦੇ ਕਰਮਚਾਰੀਆਂ ਨੂੰ ਜਾਂ ਉੱਥੋਂ ਦੇ ਲੋਕਾਂ ਨੂੰ ਦਿੰਦਾ ਸੀ, ਉਸ ਨੂੰ ਡੌਂਡੀ ਪਿਟਾਉਣੀ ਕਹਿੰਦੇ ਸਨ। ਖੜਕਾ ਕਰ ਲੋਕਾਂ ਨੂੰ ਸੂਚਨਾ ਸੁਣਾਉਣੀ। ਪੁਰਾਣੇ ਸਮਿਆਂ ਵਿੱਚ ਚੌਂਕੀਦਾਰ ਪਿੰਡਾਂ ਵਿੱਚ ਡੌਂਡੀ ਪਿੱਟ ਕੇ ਲੋਕਾਂ ਨੂੰ ਸਰਕਾਰੀ ਹੁਕਮ ਸੁਣਾਉਂਦੇ ਸਨ। ਸੋ ਰਾਜੇ ਦਾ ਚੌਂਕੀਦਾਰ ਵੀ ਬੇਟਾ ਅਸੀਂ ਕਹਿ ਸਕਦੇ ਹਾਂ। ਸਵਾਲ ਨੰਬਰ 2, ਮਾਲਾ ਮਾਲ ਕਰਨਾ, ਅਮੀਰ ਬਣਾ ਦੇਣਾ। ਕਈ ਲੋਕ ਠੱਗੀਆਂ ਮਾਰ ਕੇ ਹੀ ਮਾਲਾ ਮਾਲ ਹੋ ਜਾਂਦੇ ਹਨ। ਸਵਾਲ ਨੰਬਰ 3, ਬਣ ਦੀ ਲੱਕੜੀ। ਵੱਖਰੇ ਵੱਖਰੇ ਥਾਵਾਂ ਤੋਂ ਲੋਕ ਜਾਂ ਵੱਖਰੇ ਵੱਖਰੇ ਥਾਵਾਂ ਤੋਂ ਆਏ ਲੋਕ ਮੇਲਿਆਂ ਵਿੱਚ ਬਣ ਦੀ ਲੱਕੜੀ ਇਕੱਠੀ ਹੁੰਦੀ ਹੈ, ਭਾਵ ਜਿਵੇਂ ਬੇਟਾ ਅਸੀਂ ਮੇਲੇ 'ਚ ਦੇਖਦੇ ਹਾਂ ਬਹੁਤ ਤਰ੍ਹਾਂ ਦੇ ਜਿਹੜੇ ਲੋਕ ਨੇ ਮੇਲੇ ਦੇ ਵਿੱਚ ਆਉਂਦੇ ਹਨ। ਕੋਈ ਇੱਕ ਪਿੰਡ ਦੇ ਨਹੀਂ ਹੁੰਦੇ, ਕੋਈ ਇੱਕ ਸ਼ਹਿਰ ਦੇ ਨਹੀਂ ਹੁੰਦੇ। ਸੋ ਜਿੱਥੇ ਵੱਖੋ ਵੱਖਰੇ ਲੋਕਾਂ ਦੇ ਇਕੱਠ ਨੂੰ ਦਰਸਾਉਣਾ ਹੋਵੇ ਉੱਥੇ ਇਸ ਤਰ੍ਹਾਂ ਦੇ ਵਾਕ ਨੂੰ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ। ਅੱਗੇ ਹੈ ਤਪੀਸਰ। ਅਸੀਂ ਹੁਣੀ ਪੜ੍ਹਿਆ ਉੱਪਰ ਵੀ ਤਪੀਸਰ ਕੌਣ ਹੁੰਦਾ ਹੈ? ਕਠਨ ਭਗਤੀ ਕਰਨ ਵਾਲਾ। ਕਠਨ ਹੁੰਦਾ ਭਾਵ ਜਿਹੜਾ ਦੁਨੀਆਦਾਰੀ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਰੋਹੀ ਬੀਹਾਵਾਨ ਇਲਾਕੇ ਦੇ ਵਿੱਚ ਚਲਿਆ ਜਾਣ ਵਾਲਾ। ਤਪੀਸਰ ਜਿਹੜਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਵੇ, ਪ੍ਰਮਾਤਮਾ ਦੀ ਭਗਤੀ ਦੇ ਵਿੱਚ ਰੁੱਝ ਜਾਵੇ। ਕਠਨ ਭਗਤੀ ਕਰਨ ਵਾਲੇ ਭਗਤ ਨੂੰ ਅਸੀਂ ਤਪੀਸਰ ਆਖਦੇ ਹਾਂ। ਰਾਜਾ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਪੀਸਰ ਕੋਲ ਗਿਆ। ਇਸ ਤਰ੍ਹਾਂ ਅਸੀਂ ਇਸ ਵਾਕ ਨੂੰ ਬਣਾਵਾਂਗੇ। ਅਗਲਾ ਹੈ ਚਰਨ ਸੇਵਕ। ਇਹਦਾ ਉੱਤਰ ਹੈ ਅਧੀਨਗੀ ਨਾਲ ਸੇਵਾ ਕਰਨ ਵਾਲਾ। ਚਰਨ ਸੇਵਕ ਬੇਟਾ ਜਿਵੇਂ ਅਸੀਂ ਕਿਸੇ ਵੱਡੇ ਮਹਾਂਪੁਰਸ਼ਾਂ ਦੀ ਸੇਵਾ ਦੇ ਵਿੱਚ ਲੱਗ ਜਾਈਏ, ਜੁਟ ਜਾਈਏ, ਉੱਥੇ ਸੇਵਾ ਕਰੀਏ, ਉਸ ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਸੀਂ ਚਰਨ ਸੇਵਕ ਕਹਿ ਸਕਦੇ ਹਾਂ, ਜੋ ਕਿਸੇ ਦੇ ਚਰਨਾਂ ਵਿੱਚ ਰਹਿ ਕੇ ਭਾਵ ਬੜੀ ਨਿਮਰਤਾ ਨਾਲ ਕਿਸੇ ਦੀ ਸੇਵਾ ਕਰੇ। ਆਓ ਪੜ੍ਹਦੇ ਹਾਂ ਕਿ ਗੱਭਰੂ ਰਾਜੇ ਦਾ ਚਰਨ ਸੇਵਕ ਬਣਨ ਨੂੰ ਤਿਆਰ ਹੋ ਗਿਆ। ਕਿਹੜਾ ਗੱਭਰੂ? ਜਿਸ ਦੇ ਰਾਜੇ ਨੇ ਮੱਲਮ ਪੱਟੀ ਕਰੀ ਸੀ, ਭਾਵ ਉਹ ਰਾਜੇ ਨੂੰ ਮਾਰਨ ਆਇਆ ਸੀ, ਪਰ ਰਾਜੇ ਦੀ ਸੇਵਾ ਤੋਂ ਖੁਸ਼ ਹੋ ਕੇ ਉਹ ਰਾਜੇ ਦੀ ਮਤਲਬ ਕਿ ਚਰਨ ਸੇਵਕ ਬਣਨ ਨੂੰ ਤਿਆਰ ਹੋ ਗਿਆ ਸੀ ਕਿ ਰਾਜਾ ਇੰਨਾ ਅੱਛਾ
ਪਰ ਉਹ ਉਸ ਨੂੰ ਬੁਰਾ ਸਮਝ ਕੇ ਮਾਰਨਾ ਚਾਹੁੰਦਾ ਸੀ। ਅੱਗੇ ਹੈ ਔਖੇ ਸ਼ਬਦਾਂ ਦੇ ਅਰਥ। ਪਹਿਲਾ ਸ਼ਬਦ ਹੈ ਇਤਰਾਜ਼। ਇਤਰਾਜ਼ ਤੋਂ ਭਾਵ ਹੁੰਦਾ ਹੈ ਸ਼ੰਕਾ ਜਾਂ ਵਿਰੋਧ। ਦੂਸਰਾ ਹੈ ਮਸ਼ਵਰਾ। ਮਸ਼ਵਰਾ ਹੁੰਦਾ ਰਾਏ ਜਾਂ ਸਲਾਹ। ਤੀਸਰਾ ਹੈ ਤਪੀਸਰ। ਤਪੀਸਰ ਤੋਂ ਭਾਵ ਹੈ ਤਪ ਕਰਨ ਵਾਲਾ। ਅੱਗੇ ਹੈ ਕੁਟੀਆ। ਕੁਟੀਆ ਤੋਂ ਭਾਵ ਹੈ ਸਾਧੂਆਂ ਦੀ ਝੁੱਗੀ ਜਾਂ ਝੋਪੜੀ, ਜਿੱਥੇ ਕੋਈ ਮਹਾਂਪੁਰਸ਼ ਸਾਧੂ ਰਹਿੰਦੇ ਹੋਣ। ਸੋ ਸਾਧੂਆਂ ਦੀ ਝੁੱਗੀ ਜਾਂ ਝੋਪੜੀ ਨੂੰ ਕਹਿੰਦੇ ਹਨ ਕੁਟੀਆ। ਅੱਗੇ ਹੈ ਬਿਰਧ। ਬਿਰਧ ਤੋਂ ਭਾਵ ਹੈ ਵਡੇਰੀ ਉਮਰ ਦਾ ਆਦਮੀ, ਜਾਂ ਅਸੀਂ ਕਹਿ ਸਕਦੇ ਹਾਂ ਬਜ਼ੁਰਗ। ਅੱਗੇ ਹੈ ਨਿਢਾਲ। ਨਿਢਾਲ ਤੋਂ ਭਾਵ ਹੈ ਨਿਸੱਤਾ। ਅੱਗੇ ਹੈ ਵਰਤਾਅ। ਵਰਤਾਅ ਤੋਂ ਭਾਵ ਹੈ ਵਿਵਹਾਰ, ਜਾਂ ਅਸੀਂ ਕਹਿ ਸਕਦੇ ਹਾਂ ਵਤੀਰਾ। ਸੋ ਇਹ ਕੁਐਸਚਨ ਆਨਸਰਾਂ ਨੂੰ ਤਿਆਰ ਕਰਨ ਵਾਲੇ ਅਧਿਆਪਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਰੂਪਰਾ। ਸੋ ਅੱਗੇ ਬੇਟਾ ਵਿਆਕਰਨ ਭਾਗ ਨਾਲ ਸੰਬੰਧਿਤ ਅਸੀਂ ਸੰਬੰਧਕ ਬਾਰੇ ਜਾਣਾਂਗੇ। ਸੰਬੰਧਕ ਕੀ ਹੁੰਦਾ ਹੈ? ਜਿਹੜਾ ਸ਼ਬਦ ਵਾਕ ਵਿੱਚ ਨਾਮ, ਪੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ, ਉਸ ਨੂੰ ਸੰਬੰਧਕ ਕਹਿੰਦੇ ਹਨ। ਜਿਵੇਂ ਦਾ, ਦੇ, ਦੀ, ਕੋਲ, ਤੋਂ, ਨੂੰ, ਉੱਤੇ, ਵਿੱਚ, ਨਾਲ ਆਦਿ। ਸੋ ਜਿੱਥੇ ਜਿੱਥੇ ਬੇਟਾ ਸ਼ਬਦਾਂ ਅਤੇ ਵਾਕਾਂਸ਼ਾਂ ਵਿੱਚ ਨਾਮ ਅਤੇ ਪੜਨਾਵਾਂ ਦੇ ਵਿੱਚ ਜਾਂ ਵਿਸ਼ੇਸ਼ਣ ਦੇ ਵਿੱਚ ਇਹ ਸ਼ਬਦ ਆਉਂਦੇ ਹਨ ਜਿਨ੍ਹਾਂ ਦਾ ਅਸੀਂ ਉਚਾਰਨ ਕੀਤਾ ਹੈ, ਇਹਨਾਂ ਸਾਰਿਆਂ ਨੂੰ ਹੀ ਸੰਬੰਧਕ ਕਿਹਾ ਜਾਂਦਾ ਹੈ। ਸੋ ਪਿਆਰੇ ਬੱਚਿਓ, ਇਸ ਚੈਪਟਰ ਦੇ ਨਾਲ ਸੰਬੰਧਿਤ ਇਹੀ ਤੁਹਾਡਾ ਜੋ ਬੁੱਕ ਵਰਕ ਹੈ, ਜਿਹਦੇ ਵਿੱਚ ਔਖੇ ਸ਼ਬਦਾਂ ਦੇ ਅਰਥ, ਵਾਕਾਂ ਵਿੱਚ ਵਰਤੋਂ ਅਤੇ ਇਸ ਚੈਪਟਰ ਦੇ ਕੁਝ ਪ੍ਰਸ਼ਨ ਉੱਤਰ ਹਨ। ਸੋ ਆਸ ਕਰਦੇ ਹਾਂ ਕਿ ਆਪ ਜੀ ਨੇ ਇਹ ਜੋ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਸ ਦਾ ਜ਼ਰੂਰ ਲਾਹਾ ਲਿਆ ਹੋਵੇਗਾ। ਅਤੇ ਆਪ ਜੀ ਨੇ ਜੇਕਰ ਇਸ ਚੈਪਟਰ ਬਾਰੇ ਹੋਰ ਭਰਪੂਰ ਜਾਣਕਾਰੀ ਹਾਸਲ ਕਰਨੀ ਹੈ ਤਾਂ ਆਪਣੀ ਪਾਠ ਪੁਸਤਕ ਵਿੱਚੋਂ ਇਹਨਾਂ ਸਵਾਲਾਂ ਨੂੰ ਜ਼ਰੂਰ ਪੜ੍ਹਨਾ ਹੈ। ਸੋ ਸਵਾਲਾਂ ਜਵਾਬਾਂ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਅਤੇ ਭਵਿੱਖ ਵਿੱਚ ਜੇਕਰ ਆਪ ਜੀ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੋਰ ਕੋਈ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋ ਤਾਂ ਆਪ ਜੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।